मैं कहना रोज नामची वाली गल छड्ड दिओ, तहसीलदार कानूगो पटवारी वाली गल छड्ड दिओ। आ बंदा बैठा है कहता मैं 20,000 रुपया आपदे हत्थी दिता तुहानूं गरदौरियां वास्ते। किहड़ियां गरदौरियां वास्ते तुसीं 20,000 रुपया लिया है? चेता करो। नहीं रिश्वत किते लिखदे ने? ਇਹਦੇ ਦਫ਼ਤਰ ਦੇ ਵਿੱਚ ਇਹਦੇ ਆਲੇ ਦੁਆਲੇ ਸੈਂਕੜੇ ਦੇ ਮੁਲਾਜ਼ਮ ਇਹਦੇ ਨਾਲ ਸਨ। ਕੋਈ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਇਆ। ਇਹ ਆਪਦੀ ਮਰਜ਼ੀ ਨਾਲ ਮੰਨਿਆ ਕਿ ਇਹਨਾਂ ਕਿਸਾਨਾਂ ਤੋਂ ਮੈਂ ਜਿਹੜਾ ਇਹ ਪੈਸੇ ਲਏ ਨੇ। ਨਹੀਂ ਇਹਨਾਂ ਤੋਂ 20,000 ਜਿਹੜਾ ਤੁਸੀਂ ਲਿਆ ਹੈ ਉਹ ਰਿਸ਼ਵਤ ਹੈ। ਕਿਤੇ ਲਿਖਦੇ ਨੇ ਰਿਸ਼ਵਤ ਕਿੰਨੇ ਤੋਂ ਕਿੰਨੀ ਲਈ। ਸੰਗਤ ਖੜੀ, ਇੱਕ ਬੰਦਾ ਕਹਿੰਦਾ ਮੈਂ ਦਿੱਤੇ ਨੇ, ਇੱਕ ਬੰਦਾ ਕਹਿੰਦਾ ਮੈਂ ਨਹੀਂ ਲਏ। ਇਹਦਾ ਫੈਸਲਾ ਕਿਵੇਂ ਹੋ ਸਕਦਾ? ਤੁਹਾਡੇ ਚੋਂ ਕਿਸੇ ਦਾ ਦਿਲ ਕਹਿੰਦਾ ਵੀ ਮਗਰ ਝੂਠ ਮਾਰਦਾ ਨੇ ਪੈਸੇ ਨਹੀਂ ਦਿੱਤੇ? ਨਹੀਂ। ਇਸ ਏਰੀਏ ਦਾ ਕੋਈ ਬੰਦਾ ਹੈਗਾ ਜਿਹੜਾ ਕਹਿੰਦਾ ਹੋਵੇ ਮੈਂ ਕੋਸ਼ਾ ਨੂੰ ਰਿਸ਼ਵਤ ਅੱਜ ਤੱਕ ਨਹੀਂ ਦਿੱਤੀ? ਜਦ ਕਿ ਉਹਨਾਂ ਨੇ ਮੈਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰਤਾ ਵੀ ਮੈਨੂੰ ਉਦੋਂ ਕੋਈ ਸਮਝ ਨਹੀਂ ਆਈ। ਗੁਰੂ ਦੇ ਸਿੰਘ ਜੀ ਦਲੇਰ ਦੇ ਕੋਸ਼ਾ ਤੋਂ ਕਦੇ ਬਿਨਾਂ ਰਿਸ਼ਵਤ ਤੋਂ ਕੰਮ ਕਰਾਇਆ ਜੇ? ਕੋਸ਼ਾ ਸਾਹਿਬ ਇਹ ਲੋਕ ਕਿਸਾਨ ਗੁਰੂ ਨਾਨਕ ਦੇ ਯਾਰ ਉਹ ਜੋ ਗੱਲਾਂ ਕਹੀ ਗਏ ਮੈਂ ਉੱਥੇ ਚੁੱਪ ਕਰਕੇ ਬੈਠਾ ਰਿਹਾ ਤੇ ਉਹਨਾਂ ਆਪੇ ਹੀ ਉਹਨਾਂ ਨੇ ਗੱਲਾਂ ਕੀਤੀਆਂ ਤੇ ਆਪੇ ਹੀ ਉਹਨਾਂ ਨੇ ਮੇਰੇ ਸਾਹਮਣੇ ਲਿਖਿਆ ਤੇ ਆਪੇ ਉਹਨਾਂ ਨੇ ਕੀਤਾ। ਕਦੇ ਧੁੱਪ 'ਚ ਕੰਮ ਕੀਤਾ ਇਹਨਾਂ ਦੇ ਵੱਡੇ ਵਡੇਰਿਆਂ ਨੇ? ਆਪਣਾ ਤੂੰ ਮੈਨੂੰ ਨਸੀਬ ਸਿੰਘ ਦੱਸ ਵੀ ਕੋਛੜ ਪਟਵਾਰੀ ਨੂੰ ਤੂੰ ਕੋਈ ਪੈਸੇ ਪੂਸੇ ਦਿੱਤੇ ਨੇ? ਇਹਨਾਂ ਚੁੱਪ। ਹਾਂ ਹੁਣ ਦੱਸੀ ਮਾੜਾ ਜਿਹਾ। ਅੱਛਾ ਤਾਂ ਉਸ ਦਾ ਜ਼ਿੰਮੇਵਾਰ ਹਰਨੇਕ ਸਿੰਘ ਮਹਿਮਾ ਅਤੇ ਨਸੀਬ ਸਿੰਘ ਨੰਬਰਦਾਰ ਹੋਏਗਾ। ਜਦੋਂ ਤੋਂ ਇਸ ਏਰੀਆ 'ਚ ਲੱਗੇ ਨੇ ਕਿਸਾਨਾਂ ਨੂੰ ਵੇਲਣੇ ਦੇ ਵਿੱਚੋਂ ਪੀੜ ਕੇ ਉਹਨਾਂ ਦਾ ਖੂਨ ਪੀਸ ਕੱਢ ਕੇ ਪੀਤਾ। ਗਰਦੌਰੀਆਂ ਦੇ ਨਾਂ ਤੇ ਲੱਖ ਰੁਪਈਆ, ਮੁਆਵਜ਼ੇ ਦੇ ਨਾਂ ਤੇ ਲੱਖਾਂ ਰੁਪਈਆ, ਇੰਤਕਾਲਾਂ ਦੇ ਨਾਂ ਤੇ ਲੱਖਾਂ ਰੁਪਈਆ, ਪਤਾ ਨਹੀਂ ਕਿਹੜੀ ਇਹਨਾਂ ਨੇ ਸਕੀਮਾਂ ਲਾ ਕੇ ਉਹ ਸਾਰੇ ਏਰੀਏ ਦੇ ਕਿਸਾਨਾਂ ਕੋਲੋਂ ਲੱਖਾਂ ਰੁਪਈਆ ਰਿਸ਼ਵਤ ਖਾਧੀ ਹੈ। ਪੰਜਾਬ 'ਚ ਪਟਵਾਰੀਆਂ ਅਤੇ ਕਿਸਾਨਾਂ 'ਚ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਕਈ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਹਰਨੇਕ ਸਿੰਘ ਮਹਿਮਾ ਅਤੇ ਕਿਸਾਨਾਂ ਨੇ ਪਟਵਾਰੀ ਦਾ ਘਿਰਾਓ ਕੀਤਾ ਅਤੇ ਪਟਵਾਰੀ ਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਉਕਤ ਪਟਵਾਰੀ ਵੀ ਇਕੱਠੇ ਹੋ ਗਏ ਨੇ। ਸਾਨੂੰ ਜੀ ਪਿਛਲੇ 1.5 ਮਹੀਨੇ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਰਜਿੰਦਰ ਕੁਮਾਰ ਕੋਸ਼ੜ ਨਾਂ ਦਾ ਜਿਹੜਾ ਪਟਵਾਰੀ ਹੈ ਇਹ ਹੁਣ ਵੀ ਹਰ ਮਤਲਬ ਮਸਲੇ ਤੇ ਰਿਸ਼ਵਤ ਮੰਗਦਾ ਕਿਸਾਨਾਂ ਤੋਂ। ਪਰ ਪਿਛਲੇ ਸਮੇਂ ਤੇ ਇਹਨੇ ਬਹੁਤ ਜ਼ਿਆਦੀ ਰਿਸ਼ਵਤ ਕਿਸਾਨਾਂ ਤੋਂ ਖਾਧੀ ਹੋਈ ਹੈ, ਕੱਚੀਆਂ ਜ਼ਮੀਨਾਂ ਪੱਕੀਆਂ ਕਰਨ ਦੇ ਨਾਂ ਤੇ ਉਹਨਾਂ ਦੇ ਨੰਬਰ ਨੇ ਜਿਹੜੇ ਆਉਣ ਵਾਲੇ ਮੁਆਵਜ਼ੇ ਦੇ ਵਿੱਚ ਪਾਉਣ ਵਾਸਤੇ ਲੱਖਾਂ ਰੁਪਏ ਦੀ ਰਿਸ਼ਵਤ ਖਾਧੀ ਹੈ। ਵੱਖ-ਵੱਖ ਕਿਸਾਨਾਂ ਨੇ ਸਾਡੇ ਕੋਲ ਆ ਕੇ ਸ਼ਿਕਾਇਤ ਕੀਤੀ ਸੀ। ਅਸੀਂ ਇਸ ਪਟਵਾਰੀ ਦੇ ਕੋਲ ਘਰੇ ਗਏ ਉਸ ਮਸਲੇ ਨਾਲ ਗੱਲਬਾਤ ਕਰਨ ਲਈ। ਇਹਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਕਿਤੇ ਗਿਆ ਹੋਇਆ ਸੀ। ਜਦੋਂ ਇਹਨੂੰ ਆਏ ਨੂੰ ਪਤਾ ਲੱਗਾ ਕਿ ਮੇਰੀ ਇਸ ਤਰ੍ਹਾਂ ਕਿਸਾਨ ਜਥੇਬੰਦੀ ਕੋਲ ਸ਼ਿਕਾਇਤ ਗਈ ਹੈ ਤਾਂ ਇਹਨੇ ਉਹਨਾਂ ਕਿਸਾਨਾਂ ਕੋਲ ਪਹੁੰਚ ਕੀਤੀ, ਉਹਨਾਂ ਨੂੰ ਪੈਸੇ ਵਾਪਸ ਕਰਨ ਦੀ ਗੱਲਬਾਤ ਇਹਨੇ ਕੀਤੀ। ਮੰਨਿਆ ਹੈ ਕਿ ਮੈਂ ਪੈਸੇ ਵਾਪਸ ਕਰਨਾ, ਪਰ ਇਹ ਕਹਿੰਦਾ ਵੀ ਇੱਕ ਹਿੱਸਾ ਜਿਹੜਾ ਮੈਂ ਉੱਪਰ ਪਹੁੰਚਾ ਦਿੱਤਾ ਹੈ, ਜਿਹੜੇ ਪੈਸੇ ਮੇਰੇ ਕੋਲ ਨੇ ਮੈਂ ਉਹ ਪੈਸੇ ਵਾਪਸ ਕਰਾਂਗਾ। ਅਸੀਂ ਕੱਲ ਇਹਦੇ ਦਫ਼ਤਰ ਗਏ, ਇਹਦੇ ਨਾਲ ਗੱਲਬਾਤ ਕੀਤੀ। ਇਹ ਮੰਨਿਆ ਕੱਲ ਕਿ ਹਾਂ ਮੈਂ ਇਹਨਾਂ ਕਿਸਾਨਾਂ ਤੋਂ ਪੈਸੇ ਲਏ ਨੇ। ਇਹਨੇ ਪੈਸੇ ਵਾਪਸ ਕਰਨ ਦੀ ਗੱਲ ਕੀਤੀ, ਮੰਨਿਆ ਇਹ ਪੈਸੇ ਵਾਪਸ ਕਰਨੇ। ਤਾਂ ਕੋਈ ਇਹਦੇ ਤੇ ਅਸੀਂ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਇਆ। ਇਹਦੇ ਦਫ਼ਤਰ ਦੇ ਵਿੱਚ ਗਏ ਆ, ਇਹਦੇ ਦਫ਼ਤਰ ਦੇ ਵਿੱਚ ਇਹਦੇ ਆਲੇ ਦੁਆਲੇ ਸੈਂਕੜੇ ਦੇ ਮੁਲਾਜ਼ਮ ਇਹਦੇ ਨਾਲ ਸਨ।
ਕੋਈ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਇਆ। ਇਹ ਆਪਦੀ ਮਰਜ਼ੀ ਨਾਲ ਮੰਨਿਆ ਕਿ ਇਹਨਾਂ ਕਿਸਾਨਾਂ ਤੋਂ ਮੈਂ ਜਿਹੜਾ ਇਹ ਪੈਸੇ ਲਏ ਨੇ। ਅਸੀਂ ਇਹਦੇ ਕੋਲ ਸ਼ਰਤ ਰੱਖੀ ਸੀ ਕਿ ਪੰਜਾਬ ਦਾ ਜਿਹੜਾ ਨਿਯਮ ਹੈ, ਸਾਡਾ ਜਿਹੜਾ ਨਿਯਮ ਹੈ ਉਹ ਇਹ ਆ ਕਿ ਜਾਂ ਸਹੁੰ ਲੈ ਲਾ ਤੇ ਜਾਂ ਸਹੁੰ ਦੇ ਦੇ। ਅਸੀਂ ਉਹਦੇ ਤੇ ਵੀ ਇਹਦੇ ਨਾਲ ਐਗਰੀ ਸਾਂ ਕਿ ਸਾਡਾ ਕਿਸਾਨ ਸਹੁੰ ਦੇਗਾ, ਤੈਨੂੰ ਪੈਸੇ ਦਿੱਤੇ ਨੇ ਤਾਂ ਤੂੰ ਪੈਸੇ ਵਾਪਸ ਦੇ ਦੇ, ਜੇ ਤੂੰ ਨਹੀਂ ਦੇਣੇ ਤੇ ਤੂੰ ਇਹ ਸਹੁੰ ਦੇ ਦੇ ਕਿ ਮੈਂ ਪੈਸੇ ਨਹੀਂ ਲਏ ਤੇ ਅਸੀਂ ਤੇਰੇ ਤੋਂ ਪੈਸੇ ਨਹੀਂ ਮੰਗਦੇ। ਤਾਂ ਉਹਦੇ ਤੋਂ ਵੀ ਇਹ ਭੱਜਿਆ ਏ। ਹੁਣ ਇਹ ਸਾਨੂੰ ਥ੍ਰੈਟ ਕਰਨ ਵਾਸਤੇ ਬਿਆਨ ਦੇ ਰਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਹਰਨੇਕ ਸਿੰਘ ਮਹਿਮਾ ਹੈ। ਤਾਂ ਸਾਡਾ ਇਹ ਕਹਿਣਾ ਹੈ ਕਿ ਸਾਡਾ ਇਸ ਪਟਵਾਰੀ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਕੋਈ ਲੈਣ ਦੇਣ ਨਹੀਂ, ਪਰ ਕਿਸਾਨਾਂ ਨਾਲ ਜਿਹੜਾ ਇਹਨੇ ਧੱਕਾ ਕੀਤਾ ਹੋਇਆ ਹੈ ਉਹਦੇ ਖਿਲਾਫ ਅਸੀਂ ਇਹਦੇ ਖਿਲਾਫ ਮੁਕੱਦਮਾ ਵੀ ਦਰਜ ਕਰਾਵਾਂਗੇ, ਇਹਦੀ ਇਨਕੁਆਇਰੀ ਵੀ ਖਿਲਾਵਾਂਗੇ, ਇਹਨੂੰ ਸਸਪੈਂਡ ਵੀ ਕਰਾਵਾਂਗੇ, ਇਹਨੂੰ ਡਿਸਮਿਸ ਵੀ ਕਰਾਵਾਂਗੇ ਜੇ ਸਾਡੇ ਨਾਲ ਕੀਤੇ ਹੋਏ ਵਾਅਦੇ ਅਨੁਸਾਰ ਸਾਡੇ ਕਿਸਾਨਾਂ ਦੇ ਪੈਸੇ ਇਹ ਵਾਪਸ ਨਹੀਂ ਕਰਦਾ। ਤਾਂ ਮੈਂ ਇੱਕ ਵਾਰੀ ਫਿਰ ਕਹਿ ਦਿਆਂ, ਕੋਈ ਅਸੀਂ ਇਹਦੇ ਨਾਲ ਧੱਕਾ ਨਹੀਂ ਕੀਤਾ। ਪਿਛਲੇ 1.5 ਮਹੀਨੇ ਦਰਮਿਆਨ ਜਿੰਨੇ ਵੀ ਇਹਨੇ ਲੋਕਾਂ ਤੋਂ ਪੈਸੇ ਲਏ ਨੇ, ਜਿੰਨੀਆਂ ਤੋਂ ਵੀ ਇਹਨੇ ਮੰਗਿਆ ਹੈ, ਸਾਡੇ ਕੋਲੋਂ ਸਾਰਾ ਰਿਕਾਰਡ ਪਿਆ ਹੋਇਆ ਹੈ। ਉਹ ਸਾਰਾ ਰਿਕਾਰਡ ਪੇਸ਼ ਕਰਾਂਗੇ। ਉਸ ਪਰਸਨਲ ਕੰਮ ਲਿਆ ਉਹ ਇੱਧਰ ਜਦੋਂ ਮੈਂ ਸਾਰਿਆਂ ਦੀ ਗੱਲ ਕੀਤੀ ਵੀ ਮੁਆਵਜ਼ਾ ਸਾਰਿਆਂ ਨੂੰ ਬਣਾਓ, ਠੀਕ ਹੈ। ਮੇਰਾ ਮੁਆਵਜ਼ਾ ਪਹਿਲਾਂ ਤੁਸੀਂ ਪਾਇਆ ਮੇਰੇ ਬੰਦੇ ਦਾ ਮੰਗਲ ਦਾ, ਠੀਕ ਹੈ ਜੀ। ਉਦੋਂ 3 ਮਹੀਨੇ ਬਾਅਦ ਤੁਸੀਂ ਮੇਰਾ ਮੁਆਵਜ਼ਾ ਪਾਇਆ, ਇਵੇਂ ਲੱਗ ਮੇਰੀ ਗੱਲ ਤਾਂ ਸੁਣੋ। ਠੀਕ ਹੈ। ਮੈਂ ਇਹਨਾਂ ਬੰਦੇ ਨੂੰ ਤਸੱਲੀ ਕਰਾਉਣੀ ਜੀ। ਇਹ ਕਹਿੰਦੇ ਤੂੰ ਤੇਰਾ ਸਹਾਇਤਾ ਤੇਰਾ ਮੁਆਵਜ਼ਾ ਪੈ ਗਿਆ ਤੇ ਤੂੰ ਸਾਡੇ ਵੀ। ਮੈਂ ਕਿਹਾ ਮੈਂ ਜਦੋਂ ਵੀ ਗਿਆ ਨਾ ਮੈਂ ਉਹਨੂੰ ਸਾਰਿਆਂ ਬੰਦੇ ਦੀ ਗੱਲ ਕੀਤੀ, ਭਾਈ ਮੁਆਵਜ਼ਾ ਸਾਰਿਆਂ ਨੂੰ। ਫਿਰ ਸਾਡੇ ਕਿਉਂ ਨਹੀਂ ਪਿਆ? ਇੱਕ ਗੱਲ ਵੇਖ, ਮੇਰੀ ਗੱਲ ਸੁਣੋ। ਇੱਥੇ ਆਏ ਆ ਪਟਵਾਰੀ ਨਾਲ ਗੱਲ ਕਰਨ, ਠੀਕ ਹੈ। ਉਹ ਗੱਲ ਕਰਾਂਗੇ ਜਿਹੜੀ ਸਾਡੀ ਜਥੇਬੰਦੀ ਦੀ ਗੱਲ ਹੈ ਜਾਂ ਸਾਡੀ ਸੰਗਤ ਦੀ ਗੱਲ ਹੈ, ਉਹ ਇੱਥੇ ਨਹੀਂ ਕੋਈ ਵੀ ਕਰਾਂਗੇ। ਉਹ ਕਰਾਂਗੇ ਜਿੱਥੇ ਟਾਈਮ ਹੋਵੇਗਾ ਉੱਥੇ ਕਰਾਂਗੇ, ਠੀਕ ਹੈ। ਨਹੀਂ ਤੁਸੀਂ ਉਹ ਲਿਆਓ, ਅਸੀਂ ਤਾਂ ਨਹੀਂ। ਮੈਂ ਗੱਲ ਵੇਖੋ, ਉਲਝਾਓ ਨਾ। ਪਹਿਲੀ ਵੇਖੋ ਗੱਲ, ਰੁਪਈਆ ਵੀ ਰਿਸ਼ਵਤ ਤੇ 1000 ਵੀ ਰਿਸ਼ਵਤ। ਕੇਸ ਤੁਹਾਨੂੰ 50 ਤੁਹਾਡੇ ਇਲਾਕੇ ਦੇ ਲਿਆ ਕੇ ਦਿੰਦੇ ਆ। ਤੁਹਾਡੀ ਜਿਹੜੀ ਜੋ ਵੀ ਤੁਹਾਡਾ ਕਰੈਕਟਰ ਹੈ ਆ ਉਹਦੇ ਪਿੱਛੇ ਲੱਗਿਆ ਨੂੰ ਸਾਨੂੰ ਤਕਰੀਬਨ 1.5 ਮਹੀਨਾ ਹੋ ਗਿਆ ਹੈ। 1.5 ਮਹੀਨੇ ਦੇ ਵਿੱਚ ਜਿੰਨੀਆਂ ਤੁਹਾਡੀਆਂ 1.5 ਮਹੀਨੇ ਦਾ, ਮੈਂ ਕਹਿੰਦਾ ਰੋਜ਼ ਨਾਮਚੀ ਵਾਲੀ ਗੱਲ ਛੱਡ ਦਿਓ, ਤਹਿਸੀਲਦਾਰ ਕਾਨੂੰਗੋ ਪਟਵਾਰੀ ਵਾਲੀ ਗੱਲ ਛੱਡ ਦਿਓ। ਆਹ ਬੰਦਾ ਬੈਠਾ ਹੈ ਕਹਿੰਦਾ ਮੈਂ 20,000 ਰੁਪਇਆ ਆਪਦੇ ਹੱਥੀਂ ਦਿੱਤਾ ਤੁਹਾਨੂੰ ਗਰਦੌਰੀਆਂ ਵਾਸਤੇ। ਕਿਹੜੀਆਂ ਗਰਦੌਰੀਆਂ ਵਾਸਤੇ ਤੁਸੀਂ 20,000 ਰੁਪਇਆ ਲਿਆ ਇਹਦੇ ਕੋਲ? ਚੇਤਾ ਕਰੋ। ਨਹੀਂ, ਰਿਸ਼ਵਤ ਕਿਤੇ ਲਿਖਦੇ ਨੇ? ਨਹੀਂ, ਇਹਨਾਂ ਤੋਂ 20,000 ਜਿਹੜਾ ਤੁਸੀਂ ਲਿਆ ਹੈ ਉਹ ਰਿਸ਼ਵਤ ਹੈ। ਕਿਤੇ ਲਿਖਦੇ ਨੇ ਰਿਸ਼ਵਤ ਕਿੰਨੇ ਤੋਂ ਕਿੰਨੀ ਲਈ? ਮੈਂ ਕਹਿੰਦਾ ਮੈਂ ਗੁਰਦੌਰੀ ਦੇਖਾਂ, ਮੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਬਾਅਦ। ਭਾਜੀ ਇੱਥੇ ਮੈਂ ਤੁਹਾਡੇ ਕੋਲੇ ਵਾਰ-ਵਾਰ ਆਇਆ, ਪਰ ਭਾਈ ਸੁਰਿੰਦਰ ਵੀਰ ਨੂੰ ਵੀ ਮਿਲਿਆ। ਮੈਂ ਇਹਨਾਂ ਹੈ ਤੇਰਾ ਕੰਮ ਪੱਕਾ ਹੈ। ਮੈਂ ਅਮਰੀਕ ਸਿੰਘ ਪਟਵਾਰੀ, ਮੈਨੂੰ ਪਤਾ ਕਿ ਪਟਵਾਰੀ ਸਾਹਿਬ ਬਦਲ ਗਏ ਆਪਣੇ ਇਲਾਕੇ ਦੇ। ਆਪਾਂ ਅਮਰੀਕ ਕੋਲੇ ਵੀ ਗਏ ਆ, ਉਹਨਾਂ ਮੈਂ ਭਾਜੀ ਮੇਰੇ 62 ਮਰਬੇ ਦਾ 20 ਨੰਬਰ ਕਿੱਲਾ 5 ਕਿੱਲਾ 11 ਮਰਬੇ ਜਗ੍ਹਾ 1 ਮਿੰਟ 61 ਮਰਬੇ ਦਾ 14 ਤੇ 16 ਕਿੱਲਾ ਉਹਦਾ ਥਾਂ ਹੈ। ਉਹ ਮੈਨੂੰ ਗਰਦੌਰੀ ਲਾ ਦੇ ਮੈਂ ਕਰਾਈ ਹੋਈ ਆ। ਉਹਨਾਂ ਭਾਜੀ ਇਹ ਗਰਦੌਰੀ ਜਿਹੜੀ ਆ ਇਹ ਟੁੱਟੀ ਹੋਈ ਆ, ਤੂੰ ਸਿਰਫ ਕਬਜ਼ਾ ਤੇਰਾ ਹੈਗਾ ਹੈ, ਤੇਰੀ ਮਾਲਕੀ ਨਹੀਂ, ਇਹਦੀ ਇਸ ਟਾਈਮ ਮਾਲਕੀ ਜਿਹੜੀ ਆ ਸਰਕਾਰ ਹੈ। ਮੈਂ ਕਿਹਾ ਯਾਰ ਇਹ ਮੈਂ ਦੁਬਾਰਾ ਬਹਾਲ ਕਰਾਈ ਹੋਈ ਆ। ਉਹਨਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਹੋਈ ਹੋਵੇ ਤਾਂ ਅਸੀਂ ਲਾ ਦਿੰਦੇ, ਤੈਨੂੰ ਜੇ ਹੋਈ ਹੈ। ਸਾਡੇ ਰਿਕਾਰਡ 'ਚ ਸਰਕਾਰ ਦੀ ਜ਼ਮੀਨ ਹੈ, ਨਾਲ ਹੀ ਬੈਠੇ ਨੇ ਪਟਵਾਰੀ ਸਾਹਿਬ ਹੋਣ ਵਾਲੇ ਆਪਣੇ ਮੌਜੂਦਾ ਜਿਹੜੇ। ਫਿਰ ਮੈਂ ਇੱਥੇ ਭਾਜੀ ਨਾਲ ਕੋਲ ਆਇਆ, ਫਿਰ ਇਹਨਾਂ ਇਹ ਕਿਹਾ ਭਾਜੀ ਕਿ 5ਵੇਂ ਮਹੀਨੇ ਦੇ ਵਿੱਚ ਸਰਕਾਰ ਨੇ ਚਿੱਠੀ ਭੇਜਣੀ, ਐਲਾਨ ਕਰ ਦੇਣਾ ਵੀ ਇਹ ਜ਼ਮੀਨਾਂ ਦੁਬਾਰਾ ਵੈਸੇ ਹੀ ਬਹਾਲ ਹੋ ਜਾਣਗੀਆਂ। ਚਲੋ ਸੰਗਤ ਖੜੀ, ਇੱਕ ਬੰਦਾ ਕਹਿੰਦਾ ਮੈਂ ਦਿੱਤੇ ਨੇ, ਇੱਕ ਬੰਦਾ ਕਹਿੰਦਾ ਮੈਂ ਨਹੀਂ ਲਏ। ਇਹਦਾ ਫੈਸਲਾ ਕਿਵੇਂ ਹੋ ਸਕਦਾ? ਤੁਹਾਡੇ ਚੋਂ ਕਿਸੇ ਦਾ ਦਿਲ ਕਹਿੰਦਾ ਵੀ ਮਗਰ ਝੂਠ ਮਾਰਦਾ ਨੇ ਪੈਸੇ ਨਹੀਂ ਦਿੱਤੇ? ਇਸ ਏਰੀਏ ਦਾ ਕੋਈ ਬੰਦਾ ਹੈਗਾ ਜਿਹੜਾ ਕਹਿੰਦਾ ਹੋਵੇ ਮੈਂ ਕੋਸ਼ਾ ਨੂੰ ਰਿਸ਼ਵਤ ਅੱਜ ਤੱਕ ਨਹੀਂ ਦਿੱਤੀ? ਨਹੀਂ ਜੀ, ਪਟਵਾਰੀ ਕੋਈ ਵੀ ਸਾਰੇ ਦਿੰਦੇ ਨੇ। ਸਾਰੇ ਕੁਝ ਨਹੀਂ ਹੈਗੇ। ਇੱਕ ਤਾਂ ਬੰਦਾ ਹੋਵੇ ਤੇ ਅੱਗੇ ਝੂਠ ਬੋਲਦਾ ਹੈ। ਇਸ ਏਰੀਏ ਦੇ ਬੰਦੇ ਕਿਹੜੇ ਖੜੇ ਨੇ? ਕੋਈ ਬੰਦਾ ਹੈਗਾ ਹੈ ਜਿਹੜਾ ਕਹਿੰਦਾ ਹੋਵੇ ਵੀ ਕੋਸ਼ਣ ਨਾਲ ਵਰਤਦਿਆਂ ਮੈਂ ਕੋਸ਼ਣ ਨੂੰ ਰਿਸ਼ਵਤ ਕਦੇ ਨਹੀਂ ਦਿੱਤੀ, ਜਾਂ ਕੋਸ਼ਣ ਨੇ ਰਿਸ਼ਵਤ ਲਈ ਨਹੀਂ, ਜਾਂ ਕੋਸ਼ਣ ਰਿਸ਼ਵਤ ਲੈਂਦਾ ਨਹੀਂ? ਨਾ ਜੀ, ਇੱਕ ਕੰਮ ਵੀ ਨਹੀਂ ਕਰਦੇ, ਐਡਾ ਵੀ ਕੰਮ ਉਹ ਵੀ ਕੋਈ ਬੰਦਾ ਹੈਗਾ ਜਿਹੜਾ ਕਹਿੰਦਾ ਹੋਵੇ ਵੀ ਮੈਂ ਰਿਸ਼ਵਤ ਤੋਂ ਬਗੈਰ ਕੰਮ ਕਰਾਇਆ ਕੋਸ਼ਣ ਤੋਂ? ਹੁੰਦਾ ਹੀ ਨਹੀਂ ਤੇ ਕਰਵਾ ਨਹੀਂ ਵੜਦੇ ਦਿੰਦੇ। ਜਹੇਦਾਰ ਜੀ, ਗੁਰੂ ਦੇ ਸਿੰਘ ਜੇ ਦਲੇਰ ਜੇ, ਕੋਸ਼ਣ ਤੋਂ ਕਦੇ ਬਿਨਾਂ ਰਿਸ਼ਵਤ ਤੋਂ ਕੰਮ ਕਰਾਇਆ ਜੇ?
ਹੈ ਰਿਸ਼ਵਤ ਨਾਲ ਹੀ ਹੁੰਦਾ ਕੰਮ। ਕੋਸ਼ਰ ਸਾਹਿਬ ਇਹ ਲੋਕ ਕਿਸਾਨ ਗੁਰੂ ਨਾਨਕ ਦੇ ਯਾਰ ਕਦੇ ਧੁੱਪ 'ਚ ਕੰਮ ਕੀਤਾ? ਇਹਨਾਂ ਦੇ ਵੱਡੇ ਵਡੇਰਿਆਂ ਨੇ ਬੂਟੇ ਜਿਵੇਂ ਪੱਟੇ ਨੇ ਤੁਹਾਡੇ ਸੁਪਨੇ 'ਚ ਵੀ ਤੁਹਾਡੇ ਸੁਪਨੇ 'ਚ ਵੀ ਆ ਸਕਦਾ ਵੀ ਇਹਨਾਂ ਦੇ ਵੱਡੇ ਵਡੇਰਿਆਂ ਨੇ ਬੂਟੇ ਕਿਵੇਂ ਉਹ ਜ਼ਮੀਨ ਤੋਂ ਪੱਟੇ ਨੇ। 47 ਨੇ ਸਾਨੂੰ ਉਜਾੜਿਆ, ਸਾਡੀਆਂ ਭੈਣਾਂ ਉੱਧਰ ਰਹਿ ਗਈਆਂ, ਸਾਡੀਆਂ ਮਾਵਾਂ ਉੱਧਰ ਰਹਿ ਗਈਆਂ, ਸਾਡੇ ਭਰਾ ਸਾਡੇ ਸਾਹਮਣੇ ਵੱਡੇ, ਸਾਡੇ ਪਿਓ ਵੱਡੇ, ਤੇ ਸਾਡੇ ਕੋਲ ਉਹਨਾਂ ਦੇ ਸੰਸਕਾਰ ਕਰਨ ਦਾ ਟਾਈਮ ਨਹੀਂ, ਉਹਨਾਂ ਨੂੰ ਰੋਣ ਦਾ ਟਾਈਮ ਨਹੀਂ। ਅਸੀਂ ਆਏ, ਸਾਡੇ ਕੋਲ ਖਾਣ ਨੂੰ ਅੰਨ ਨਹੀਂ, ਅਸੀਂ ਇਹ ਜ਼ਮੀਨਾਂ ਦੇ ਵਿੱਚ ਬੂਟੇ ਖੜੇ ਪੱਟੇ ਤੇ ਉਹ ਬੂਟੇ ਪੱਟ ਕੇ ਇਹਨਾਂ ਨੂੰ ਵਾਹੀਯੋਗ ਕੀਤਾ। ਤੇ ਜਦੋਂ ਤੁਹਾਡੇ ਕੋਲ ਆਏ ਤੁਸੀਂ ਹਰ ਵਾਰੀ ਸਾਡੇ ਤੋਂ ਰਿਸ਼ਵਤ ਖਾਧੀ, ਹਰ ਵਾਰੀ ਇਹ ਜ਼ਮੀਨਾਂ ਪੱਕੀਆਂ ਕਰਨ ਦੇ ਨਾਲ, ਜਦੋਂ ਕਿ ਤੁਹਾਡੇ ਕੋਲ ਅਖਤਿਆਰ ਹੀ ਕੋਈ ਨਹੀਂ ਸੀ। ਪੱਕੀਆਂ ਕਰਨ ਦੇ ਨਾਂ ਤੇ ਰਿਸ਼ਵਤ ਲਈ ਭੁੱਖੇ ਤੇ ਆਏ ਰਹਿ ਗਏ, ਕਰ ਸਕਦੇ ਹੀ ਨਹੀਂ ਸੀ। ਸਾਰੀ ਦਿਹਾੜੀ ਜੇ ਸਾਰੀ ਦਿਹਾੜੀ ਕਾਈ ਦਾ ਬੂਟਾ ਇੱਕ ਪਟਿੰਦਾ ਸਾਰੀ ਦਿਹਾੜੀ ਬੂਟੇ ਪੱਟ ਕੇ ਤੇ ਫਿਰ ਜ਼ਮੀਨਾਂ ਪੱਕੀਆਂ ਹੋਈਆਂ ਨੇ। ਨਹੀਂ ਅਸੀਂ ਤਾਂ ਤੁਹਾਡੇ ਨਾਲ ਅੱਜ ਕਰਨਾ, ਸਾਰਿਆਂ ਨੇ ਕਰਨਾ। ਕਿੱਥੇ ਭਾਈ ਗੱਲ ਕਰ ਰਿਹਾ, ਮੈਂ ਨਾਲ ਜਾਣੀਆਂ ਕਰੋ ਜਿੱਥੇ ਮੈਂ ਲੋਏਗਾ ਉਹ ਭਾਉ ਕਿਹੜੀ ਕਿਸੇ ਲੱਖ ਬਕਾਇਆ ਭਾਉ ਕੀਤਾ ਹੀ ਨਹੀਂ ਤੁਸੀਂ। ਪੈਸੇ ਮੈਨੂੰ ਕਹਿੰਦੇ ਜੇ ਜਾਲੀਆਂ ਨਾ ਕਰੋ, ਮੈਂ ਕਹਿੰਦਾ ਤੁਸੀਂ ਪੈਸੇ ਲਏ, ਲੋਕਾਂ ਨੂੰ ਇਹ ਕਿਹਾ ਤੁਹਾਡੀਆਂ ਜ਼ਮੀਨਾਂ ਪੱਕੀਆਂ ਕਰ ਦਿਆਂਗੇ, ਐ ਨਹੀਂ ਤੇ ਤੁਸੀਂ ਨਹੀਂ ਕੀਤਾ। ਨਸੀਬ ਵਾਲਾ ਕੋਈ ਵੀ ਇਸ ਚੀਜ਼ ਦਾ ਹੀ ਬਿਲਕੁਲ ਇੱਕ ਪੂਰੀ ਆਦੀ ਹੈ ਜ਼ਮੀਨ ਪੱਕੀ ਹੈ। ਉਹ ਨਸੀਬ ਕਿੱਥੇ ਯਾਰ, ਉਹਨੂੰ ਫੋਨ ਕਰ, ਉਹਨੂੰ ਕਹਿੰਦੇ ਸਾਨੂੰ ਫੋਨ ਕਰਕੇ ਪਹੁੰਚਾਓ, ਤੇਰੀ ਗੱਡੀ ਆ ਗਈ ਹੈ। ਸਾਨੂੰ ਕਿਹਾ ਯਾਰ ਮੈਂ ਤੇ ਹੋਰ ਨੂੰ ਘੱਲਿਆ ਜਾ ਸਕਦਾ ਹੈ। ਗੱਲ ਕਰ ਲੈਣੇ ਸੇਵਾ ਕਰਕੇ ਕਰ ਲੈਣੇ, ਗੱਲ ਕਰੋ ਤੁਹਾਡੇ ਨਾਲ ਗੱਲ ਨਹੀਂ ਸਾਡੀ ਹੋਈ, ਉਹਦਾ ਜਾ ਸਕਦਾ ਵੀ ਤੁਹਾਡੇ ਘਰ ਵੀ ਗਏ ਸੀ। ਉਹੀ ਤਾਂ ਅਸੀਂ ਆਣੇ ਪਾਵਰ ਹੀ ਨਹੀਂ ਤੁਹਾਡੇ ਕੋਲ ਪੱਕੀਆਂ ਕਰਨ ਦੀ, ਪੈਸੇ ਫਿਰ ਕਾਹਦੇ ਲੈ ਤੁਸੀਂ? ਮੈਨੂੰ ਕਿੰਨੇ ਵਾਰ ਪੈਸੇ ਦਿੱਤੇ ਆ? ਮੈਂ ਪਟਵਾਰੀ ਸਾਹਿਬ ਨੂੰ 80,000 ਏਕੜੀ ਦਿੱਤਾ, 20,000 ਏਕੜੀ ਤੇ 5-5000 4 ਵਾਰੀ ਦਿੱਤਾ, 1,20,000। ਇਹਦੇ ਕੋਲ ਸੌ ਲੈਣੀ ਜੇ ਕਿੰਨੇ ਤੁਹਾਨੂੰ ਪੈਸੇ ਦਿੱਤੇ ਨੇ? ਮੈਂ ਭਾਜੀ ਮੈਂ ਅੰਮਾਨੀ ਨਾਲ ਗੱਲ ਕਰਿਆ ਤੁਸੀਂ ਕਹਿੰਦੇ ਹੋ ਮੈਂ ਪੈਸੇ ਨਹੀਂ ਲਏ, ਆਪਾਂ ਜੀ ਗੱਲ ਕਰੋ। ਨਸੀਬ ਅਸਲੀ ਯਾਰ ਤੂੰ ਸਾਨੂੰ ਇੰਨਾ ਭਜਾ ਕੇ ਤੇ ਆਪ ਤੋਂ ਚਲਾ ਗਿਆ ਹੈ। ਹਾਂ ਹਾਂ ਇਹ ਆਪਣਾ ਤੂੰ ਮੈਨੂੰ ਨਸੀਬ ਸਿੰਘ ਦੱਸ ਵੀ ਕੋਛੜ ਪਟਵਾਰੀ ਨੂੰ ਤੂੰ ਕੋਈ ਪੈਸੇ ਪੂਸੇ ਦਿੱਤੇ ਨੇ? ਇਹਨਾਂ ਚੁੱਪ ਕਿੰਨੇ? ਇੱਕ ਮਿੰਟ ਨਸੀਬ, ਇੱਕ ਮਿੰਟ ਦੀ ਆਵਾਜ਼, ਇੱਕ ਮਿੰਟ ਯਾਰ। ਹਾਂ ਹੁਣ ਦੱਸੀ ਮਾੜਾ ਜਿਹਾ। ਅੱਛਾ ਹਾਂ ਹਾਂ ਤਹਿਸੀਲਾਂ ਦੀ ਗਜ਼ੋਰੀ ਨਾਮ ਇਹਨੂੰ ਰੱਖੋ ਨਾ, ਵੀ ਚਲਾਕੀਆਂ ਸਾਡੇ ਨਾਲ ਨਾ ਕਰੋ, ਇਹਦੀਆਂ ਚਲਾਕੀਆਂ ਸਾਨੂੰ ਬਹੁਤ ਆਉਂਦੀਆਂ ਨੇ, ਸਾਡੇ ਨਾਲ ਚਲਾਕੀਆਂ ਨਾ ਕਰੋ। ਆ ਨਸੀਬ ਸਿੰਘ ਨਾਲ ਗੱਲ ਕਰੋ, ਆ ਕਰੋ ਨਸੀਬ ਸਿੰਘ ਨਾਲ ਗੱਲ, ਆ ਕਰੋ ਜੀ ਕੋਚਰ ਸਾਹਿਬ ਨਾਲ ਗੱਲ। ਇਹ ਜਿਹੜੀਆਂ ਚਲਾਕੀਆਂ ਸਾਡੇ ਨਾਲ ਕਰਨ ਡਿਆ ਸਾਨੂੰ ਬੜੀਆਂ ਆਉਂਦੀਆਂ ਨੇ। ਰਾਹੀਂ ਨਾਲੇ ਆਪਾਂ ਜਿੱਦਣ ਇਹਨਾਂ ਨੇ ਆਪਾਂ ਦਰਖਾਸਤ ਦੇਣ ਲੱਗੇ ਨਾ, ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਕੋਸ਼ਰ ਸਾਹਿਬ, ਤੇ ਇਹਨਾਂ ਨੇ ਕਿਤੋਂ ਨਾ ਤੇ ਫੋਨ ਕਰਾਇਆ ਵੀ ਤੇਰਾ ਕੰਮ ਹੋਇਆ ਪਿਆ, ਤੁਸੀਂ ਹੁਣ ਦਰਖਾਸਤ ਇਹਨਾਂ ਦੇ। ਕਿਹਨੂੰ ਆਤੀ ਤਾ? ਉਹਨੂੰ ਨਸੀਬ, ਅਸੀਂ ਬੈਠੇ ਥਾਣੇ ਉਦੋਂ ਹੀ ਆਇਆ, ਉਦੋਂ ਇਹਨਾਂ ਫੋਨ ਕਰਤਾ ਵੀ ਤੂੰ ਕੁਛ ਨਾ ਕਰ। ਉਹ ਨਸੀਬ ਇਹ ਕੋਛੜ ਪਟਵਾਰੀ ਬੋਲਦਾ, ਦੱਸ ਇਹਨੂੰ। ਹਾਂਜੀ 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 ਅੱਛਾ 1,20,000 ਰੁਪਇਆ। ਲੈ ਜਾ ਬਣਾ ਕੇ ਇਧਰ ਅਮਰੀਕ ਨੂੰ ਬਣਾਈ ਹੋਈ ਹੈ ਗੱਡੀ ਅਮਰੀਕ ਚੱਲਦਾ ਪਿਆ। ਹਾਂਜੀ ਮੇਰੇ ਸਤਿਕਾਰਯੋਗ ਦੋਸਤੋ, ਇਹਨੇ
ਮਹਾਨ ਸ਼ਖਸੀਅਤ ਪਟਵਾਰੀ ਕੋਸ਼ਰ ਜੀ ਇਹ ਫਿਰੋਜ਼ਪੁਰ ਦੇ ਵਿੱਚ ਬਹਿੰਦੇ ਨੇ। ਪਿੰਡ ਇਹਨਾਂ ਕੋਲ ਲਿਆ ਹੈ ਪੱਲਾ ਮੇਗਾ ਦੁਲਚੀ ਕੇ ਇਹ ਪਿੰਡ ਰਹੇ ਨੇ। ਸਾਰੇ ਗਰੀਬ ਕਿਸਾਨਾਂ ਦੇ ਪਿੰਡ ਨੇ, ਥੋੜੇ ਪੜੇ ਕਿਸਾਨਾਂ ਦੇ ਪਿੰਡ ਨੇ। ਜ਼ਮੀਨਾਂ ਕੱਚੀਆਂ ਨੇ, ਉਹਨਾਂ ਜ਼ਮੀਨਾਂ ਦੀਆਂ ਗਰਦੌਰੀਆਂ 2017 ਚ ਟੁੱਟੀਆਂ ਨੇ। ਉਹਨਾਂ ਜ਼ਮੀਨਾਂ ਦਾ ਦਰਿਆ ਚ ਆਉਣ ਕਰਕੇ ਹਰ ਸਾਲ ਮੁਆਵਜ਼ਾ ਆਉਂਦਾ ਹੈ। ਇਹ ਮਹਾਂਪੁਰਖਾਂ ਨੇ ਜਦੋਂ ਤੋਂ ਇਸ ਏਰੀਏ 'ਚ ਲੱਗੇ ਨੇ ਕਿਸਾਨਾਂ ਨੂੰ ਵੇਲਣੇ ਦੇ ਵਿੱਚੋਂ ਪੀੜ ਕੇ ਉਹਨਾਂ ਦਾ ਖੂਨ ਪੀਸ ਕੱਢ ਕੇ ਪੀਤਾ। ਗਰਦੌਰੀਆਂ ਦੇ ਨਾਂ ਤੇ ਲੱਖ ਰੁਪਈਆ, ਮੁਆਵਜ਼ੇ ਦੇ ਨਾਂ ਤੇ ਲੱਖਾਂ ਰੁਪਈਆ, ਇੰਤਕਾਲਾਂ ਦੇ ਨਾਂ ਤੇ ਲੱਖਾਂ ਰੁਪਈਆ, ਪਤਾ ਨਹੀਂ ਕਿਹੜੀ ਇਹਨਾਂ ਨੇ ਸਕੀਮਾਂ ਲਾ ਕੇ ਉਹ ਸਾਰੇ ਏਰੀਏ ਦੇ ਕਿਸਾਨਾਂ ਕੋਲੋਂ ਲੱਖਾਂ ਰੁਪਈਆ ਰਿਸ਼ਵਤ ਖਾਧੀ। ਤੇ ਦਫ਼ਤਰ ਆਏ ਆ ਤੇ ਸਾਨੂੰ ਅੱਗੋਂ ਸਗੋਂ ਸਿਖਾਉਂਦੇ ਨੇ ਵੀ ਕੰਮ ਕਿਵੇਂ ਕਰੀਦਾ ਤੇ ਮੈਂ ਕੀ ਕਰਨਾ। ਆ ਬੰਦੇ ਨਾਲ ਗੱਲ ਕਰਾਤੀ ਹੈ, ਮੂੰਹ ਤੇ ਕਹਿੰਦਾ ਪਿਆ ਹੈ ਵੀ 1,20,000 ਰਿਸ਼ਵਤ ਤੂੰ ਸਾਡੇ ਕੋਲੋਂ ਘਰੇ ਲਈਏ। ਆ ਬੰਦਾ ਬੈਠਾ ਮੂੰਹ ਤੇ ਕਹਿੰਦਾ ਪਿਆ ਤੈਨੂੰ ਫੜਾਏ ਨੇ, ਹੱਥੀ ਫੜੇ ਨੇ। ਆ ਬੰਦਾ ਖੜਾ ਹੈ ਮੂੰਹ ਤੇ ਕਹਿੰਦਾ ਪਿਆ ਤੈਨੂੰ ਹੱਥੀ ਫੜਾਏ ਨੇ, ਫੜੇ ਨੇ। ਕੋਈ ਹੋਰ ਬੰਦਾ ਹੈਗਾ ਜਿਹੜਾ ਉਸ ਏਰੀਏ ਦਾ ਕਹਿੰਦਾ ਹੋਵੇ ਵੀ ਮੈਂ ਵੀ ਹੱਥੀ ਫੜਾਏ ਨੇ? ਚਲੋ ਇਹ ਡੋਬਾਣੀਆਂ ਜਿਹਨੇ ਹੱਥੀ ਪੈਸੇ ਫੜਾਏ ਜਦੋਂ ਮੰਗਦੇ 5,000 ਮੰਗਦੇ ਨੇ। ਉਹਦਾ ਪਿਛਲੇ ਸਾਰੇ ਜਿੰਨੇ ਵੀ ਮੁਆਵਜ਼ੇ ਆਏ ਨੇ 5, 7, 12,000 ਰੁਪਇਆ ਲੈ ਕੇ ਦਿੱਤੇ ਨੇ। ਅੱਧ ਜਿਹੜੇ ਬੰਦੇ ਦੀ ਖਰਾਬ ਹੋਈ ਏ ਸਾਨੂੰ ਇਹ ਕੋਈ ਨਹੀਂ ਇਹਦੇ ਨਾਲ ਮਤਲਬ। ਇਹਨਾਂ ਨੇ ਕੋਠੀ ਪਾਈ ਏ, 2 ਮੰਜ਼ਲੀ ਪਾਈ ਏ, 5 ਮੰਜ਼ਲੀ ਪਾਈ ਏ, 8 ਕਰੋੜ ਦੀ ਪਾਈ ਏ, 10 ਕਰੋੜ ਦੀ ਪਾਈ ਏ। ਪਰ ਭਗਵੰਤ ਮਾਨ ਜੀ ਆਪਦੇ ਆਪ ਨੂੰ ਇੰਨਾ ਇਮਾਨਦਾਰ ਕਹਿੰਦਾ, ਸਰਕਾਰ ਕਹਿੰਦੀ ਕਿ ਇਹਦੀ ਜਾਂਚ ਕਰਾਵੇ ਵੀ ਇੱਕ ਪਟਵਾਰੀ ਇੰਨੀ ਤਨਖਾਹ ਦੇ ਵਿੱਚੋਂ ਇੰਨੀਆਂ ਵੱਡੀਆਂ ਕੋਠੀਆਂ ਤੇ ਇੰਨਾ ਸਰਮਾਇਆ ਜੋੜ ਕਿੱਥੋਂ ਸਕਦਾ। ਉੱਥੇ ਹੀ ਉਕਤ ਰਵਿੰਦਰ ਕੋਛੜ ਪਟਵਾਰੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸਾਨ ਵੱਡੀ ਗਿਣਤੀ 'ਚ ਉੱਥੇ ਆਏ ਅਤੇ ਮੇਰੇ ਤੇ ਦਬਾਅ ਬਣਾਇਆ ਗਿਆ। ਕੋਛੜ ਜੀ, ਕੱਲ ਇੱਕ ਤੁਹਾਡੀ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਤੁਹਾਡੇ ਤੇ ਕਈ ਇਲਜ਼ਾਮ ਲੱਗਦੇ ਹੈਗੇ। ਕਿੱਦਾਂ ਦੇਖਦੇ ਹੋ ਕੱਲ ਜਿਹੜੀ ਕਿਸਾਨ ਜਥੇਬੰਦੀ ਇਕੱਠੀ ਹੋਈ ਸੀ? ਇਸ ਤਰ੍ਹਾਂ ਜੀ, ਮੈਂ ਰਵਿੰਦਰ ਕੁਮਾਰ ਪਟਵਾਰੀ ਬੋਲ ਰਿਹਾ ਜੀ, ਫਿਰੋਜ਼ਪੁਰ ਤੋਂ। ਮੈਂ ਇੱਕ ਹੈਂਡੀਕੈਪ ਪਟਵਾਰੀ ਹਾਂ। ਕੱਲ ਮੈਂ ਆਪਦੀ ਸੀਟ ਤੇ ਬੈਠਾ ਹੋਇਆ ਸੀ। ਕੱਲ 50-60 ਬੰਦਿਆਂ ਨੇ ਆ ਕੇ ਮੈਨੂੰ ਘੇਰਾ ਪਾ ਲਿਆ ਔਰ ਉਹਨੂੰ ਟਾਈਟ ਕਰਤਾ। ਉਦੋਂ ਉਹਨਾਂ ਨੇ ਕੋਈ ਵੀ ਵੀਡੀਓ ਨਹੀਂ ਬਣਾ ਰਹੀ ਸੀ। ਮੈਨੂੰ ਕਹਿੰਦੇ ਵੀ ਜੋ ਅਸੀਂ ਤੈਨੂੰ ਕਹਾਂਗੇ ਉਹ ਸਾਡੀ ਗੱਲ ਮੰਨ ਤਾਂ ਅਸੀਂ ਤੈਨੂੰ ਕੁਛ ਨਹੀਂ ਕਹਾਂਗੇ, ਨਹੀਂ ਤਾਂ ਅਸੀਂ ਤੈਨੂੰ ਹੁਣੇ ਹੀ ਚਾਹੀਏ ਤਾਂ ਤੇਰੇ 'ਤੇ ਕੁੱਟਮਾਰ ਕਰ ਸਕਦੇ ਹਾਂ, ਤੇਰੇ ਨਾਲ ਬੁਰਾ ਵਿਹਾਰ ਕਰ ਸਕਦੇ ਹਾਂ। ਜਦ ਕਿ ਉਹਨਾਂ ਨੇ ਮੈਨੂੰ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਕਰਤਾ ਵੀ ਮੈਨੂੰ ਉਦੋਂ ਕੋਈ ਸਮਝ ਨਹੀਂ ਆਈ। ਉਹ ਜੋ ਗੱਲਾਂ ਕਹੀ ਗਏ ਮੈਂ ਉੱਥੇ ਚੁੱਪ ਕਰਕੇ ਬੈਠਾ ਰਿਹਾ ਤੇ ਉਹਨਾਂ ਆਪੇ ਹੀ ਉਹਨਾਂ ਨੇ ਗੱਲਾਂ ਕੀਤੀਆਂ ਤੇ ਆਪੇ ਹੀ ਉਹਨਾਂ ਨੇ ਮੇਰੇ ਸਾਹਮਣੇ ਲਿਖਿਆ ਤੇ ਆਪੇ ਉਹਨਾਂ ਨੇ ਕੀਤਾ। ਗੱਲ ਇਹ ਹੈ ਜੀ, ਕੱਲ ਮੈਂ ਸਾਰੀ ਰਾਤ ਸੁੱਤਾ ਨਹੀਂ, ਮੈਂ ਬਹੁਤ ਪਰੇਸ਼ਾਨ ਹਾਂ। ਅਗਰ ਮੈਂ ਇਹਦੇ ਇਸੇ ਹੀ ਘਟਨਾ ਦੇ ਵਿੱਚ ਮੇਰੀ ਕੋਈ ਘਟਨਾ ਹੋ ਜਾਂਦੀ ਜਾਂ ਮੈਂ ਮਰ ਜਾਂਦਾ ਜਾਂ ਕੁਛ ਹੋ ਜਾਂਦਾ ਜਾਂ ਮੇਰੇ ਪਰਿਵਾਰ ਨੂੰ ਕੁਛ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਹਰਨੇਕ ਸਿੰਘ ਮਹਿਮਾ ਅਤੇ ਨਸੀਬ ਸਿੰਘ ਨੰਬਰਦਾਰ ਹੋਏਗਾ। ਜਿਹੜੇ ਇਲਜ਼ਾਮ ਲੱਗੇ ਤੁਹਾਡੇ 2 ਲੱਖ ਰੁਪਏ ਦੀ ਵੀ ਉਹਦੇ ਵਿੱਚ ਵੀਡੀਓ ਦੇ ਵਿੱਚ ਗੱਲ ਹੋ ਰਹੀ ਹੈ ਤਾਂ ਕਰਾਰ ਦੀ ਵੀ ਗੱਲ ਹੋ ਰਹੀ ਹੈ, ਤਾਂ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਕਿ ਗਰਦੌਰੀਆਂ ਦੇ ਨਾਂ ਤੇ ਜਿਹੜੇ ਪੈਸੇ? ਮੈਂ ਦੱਸਦਾ ਜੀ, ਮੈਂ ਦੱਸਦਾ। ਪਹਿਲਾਂ ਗੱਲ ਕਰੋ ਜੀ ਗਰਦੌਰੀਆਂ ਦੀ। ਸੈਂਟਰ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਦੀ ਚਿੱਠੀ ਇੱਕ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਦੀਆਂ ਗਰਦੌਰੀਆਂ ਨੂੰ ਤੋੜ ਦਿੱਤਾ ਜਾਵੇ। ਸੈਂਟਰ ਗੌਰਮੈਂਟ ਅਤੇ ਪ੍ਰੋਵਿੰਸ਼ਲ ਗੌਰਮੈਂਟ ਉਹ ਗਰਦੌਰੀਆਂ ਅਸੀਂ ਤੋੜ ਦਿੱਤੀਆਂ ਗਈਆਂ। ਉਹ ਮੈਂ ਤੁਹਾਨੂੰ ਆਰਡਰ ਦਿਖਾਉਣਾ। ਇਹਨਾਂ ਨੇ ਮੈਨੂੰ ਕੁਐਸਚਨ ਹੀ ਇਹ ਕੀਤਾ ਵੀ ਤੂੰ ਗਰਦੌਰੀਆਂ ਕਿਉਂ ਤੋੜੀਆਂ? ਇਹ ਗਰਦੌਰੀਆਂ ਨੂੰ ਬਹਾਲ ਕਰ, ਪੈੜੀਆਂ ਪੱਕੀਆਂ ਜਿਹੜੀਆਂ ਦੀ ਚਿੱਠੀ ਆਈ ਸੀ ਤੂੰ ਪੱਕੀਆਂ ਕਰ। ਜਦ ਕਿ ਅਫਸਰਾਂ ਦੇ ਹੁਕਮ ਤੋਂ ਬਗੈਰ ਜਾਂ ਪੰਜਾਬ ਗੌਰਮੈਂਟ ਦੇ ਹੁਕਮ ਤੋਂ ਬਗੈਰ ਮੈਂ ਕੁਝ ਕਰ ਨਹੀਂ ਸਕਦਾ। ਮੈਂ ਇੱਕ ਛੋਟਾ ਜਿਹਾ ਪਟਵਾਰੀ ਹਾਂ। ਇਹਨਾਂ ਨੇ ਉਹ ਮੇਰੇ 'ਤੇ ਦਬਾਅ ਬਣਾਇਆ। ਦਬਾਅ ਬਣਾਉਣ ਦੇ ਬਾਅਦ ਮੈਨੂੰ ਕਹਿੰਦੇ ਵੀ ਹੁਣ ਬੋਲੀ ਨਾ, ਹੁਣ ਜੋ ਅਸੀਂ ਕਵਾਂਗੇ ਤੇਰਾ ਕਰਾਂਗੇ ਫਾਇਦਾ, ਤੇਰਾ ਨੁਕਸਾਨ ਨਹੀਂ ਕਰਦੇ। ਉਹ ਤਾਂ ਫਿਰ ਵੀਡੀਓ ਬਣਾਉਣ ਲੱਗ ਪਏ। ਵੀਡੀਓ ਬਣਾ ਕੇ ਮੈਨੂੰ ਕਹਿੰਦੇ ਵੀ ਜੋ ਬੋਲੀਗੇ, ਜੋ ਕਿ ਆਪੇ ਹੀ ਉਹਨਾਂ ਨੇ ਲਿਖਿਆ ਆਪੇ ਹੀ ਕੀਤਾ। ਮੈਂ ਇਹ ਸਰਕਲ ਛੱਡਣ ਨੂੰ ਮੈਨੂੰ 7-8 ਮਹੀਨੇ ਹੋ ਗਏ ਨੇ। 8 ਮਹੀਨੇ ਤੱਕ ਤਾਂ ਮੇਰੇ ਕੋਲ ਕੋਈ ਆਇਆ ਨਹੀਂ। 8 ਮਹੀਨਿਆਂ ਬਾਅਦ ਪਤਾ ਨਹੀਂ ਕਿਸ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਮੇਰੇ 'ਤੇ ਕੱਲ੍ਹ ਹੱਲਾ ਬੋਲਿਆ ਔਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕੱਲ੍ਹ ਇਹਨਾਂ ਨੇ। ਔਰ ਉਸ ਤਹਿਤ ਜਦੋਂ ਕੋਈ ਵੀ ਬੰਦਾ ਤੁਸੀਂ ਬਿਠਾ ਲਓ ਮੇਰੀ ਥਾਂ 'ਤੇ, ਜਦੋਂ ਉਹਨੂੰ 70-80 ਬੰਦੇ ਘੇਰ ਲੈਣਗੇ ਔਰ ਘੇਰਾ ਟਾਈਟ ਕਰਕੇ ਕਹਿਣਗੇ ਵੀ ਤੈਨੂੰ ਕੁੱਟਮਾਰ ਕਰਾਂਗੇ ਵੀ ਇਹ ਬੋਲ, ਤਾਂ ਤੁਹਾਨੂੰ ਉੱਥੇ ਚੁੱਪ ਕਰਕੇ ਕਰਨਾ ਹੀ ਪਏਗਾ। ਔਰ ਇਹ ਬਿਲਕੁਲ ਬੇਬੁਨਿਆਦ ਝੂਠ ਕਰ ਰਹੇ ਨੇ। ਅਗਰ ਜਦੋਂ ਮੈਂ ਲੱਗਾ ਸੀ ਇਹ ਸਰਕਲ 'ਚ ਤਾਂ ਉਦੋਂ ਇਹਨਾਂ ਨੇ ਮੈਨੂੰ ਕਿਉਂ ਨਹੀਂ ਕਿਹਾ ਵੀ ਆਹ ਕੰਮ ਤੇਰਾ ਕੋਈ ਰਹਿ ਗਿਆ? 8 ਮਹੀਨਿਆਂ ਬਾਅਦ ਮੇਰੇ ਕੋਲ ਆਉਂਦੇ ਪਏ ਇਹ ਗੱਲ ਕਹਿਣ
ਨੰਬਰ 2 ਆ ਮੈਨੂੰ ਦੇਣਾ ਜੀ ਆ ਰੋਜ਼ਨਾਮਾ ਆਰਡਰ ਦੇ ਮੁਤਾਬਕ ਮੈਂ ਇਹ ਤੋੜਤੀਆਂ। ਇਸੇ ਤੋਂ ਖਫਾ ਹੋ ਕੇ ਇਹਨਾਂ ਨੇ ਮੇਰੇ ਤੇ ਇਹ ਸਾਰਾ ਅਟੈਕ ਕੀਤਾ, ਉਹ ਇਲਜ਼ਾਮ ਲਾ ਰਹੇ ਨੇ। ਉੱਥੇ ਹੀ ਪਟਵਾਰੀ ਅਤੇ ਕਨਗੋ ਵੀ ਇਕੱਠੇ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਯੂਨੀਅਨ ਕੋਲ ਆ ਜਾਵੇ ਜਾਂ ਅਧਿਕਾਰੀ ਕੋਲ। ਮੈਂ ਸੰਤੋਖ ਸਿੰਘ ਕਾਨੂੰਗੋ ਰੈਵਨਿਊ ਐਸੋਸੀਏਸ਼ਨ ਦਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਬੋਲ ਰਿਹਾ। ਤੇ ਕੱਲ ਜਦੋਂ ਸਾਨੂੰ ਇਸ ਘਟਨਾ ਦਾ ਪਤਾ ਲੱਗ ਗਿਆ ਤੇ ਅੱਜ ਸ੍ਰੀ ਰਵਿੰਦਰ ਕੁਮਾਰ ਕੋਛੜ ਪਟਵਾਰੀ ਨੇ ਸਾਡੀ ਜੋ ਤਾਲਮੇਲ ਕਮੇਟੀ ਜ਼ਿਲ੍ਹੇ ਦੀ ਬਣੀ ਹੋਈ ਆ ਉਸ ਵਿੱਚ ਇਹ ਮਸਲਾ ਰੱਖਿਆ ਵੀ ਮੈਨੂੰ ਕੱਲ ਕੁਝ ਕਿਸਾਨ ਜਥੇਬੰਦੀਆਂ ਨੇ ਕੁਝ ਮਾੜੇ ਚੰਗੇ ਲਫ਼ਜ਼ ਬੋਲਿਆ ਤੇ ਉਹਦੇ ਸੰਬੰਧ 'ਚ ਮੈਨੂੰ ਘੇਰਾ ਪਾ ਕੇ ਮੈਨੂੰ ਦਬਾਅ ਪਾ ਕੇ ਮੇਰੇ ਤੋਂ ਪ੍ਰੈਸ਼ਰ ਕੀਤਾ। ਉਸ ਸੰਬੰਧ 'ਚ ਮੈਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ, ਕਿਸਾਨ ਜਥੇਬੰਦੀਆਂ ਨੂੰ ਵੀ ਇਹ ਬੇਨਤੀ ਕਰਦਾ, ਜੇਕਰ ਤੁਹਾਨੂੰ ਕਿਸੇ ਵੀ ਮੁਲਾਜ਼ਮ ਨਾਲ ਕੋਈ ਹੈ ਕੋਈ ਲੈਣ ਦੇਣ ਦਾ ਚੱਕਰ, ਕੋਈ ਮਾੜਾ ਕਰਮ ਕੀਤਾ ਕਿਸੇ ਨੇ ਵੀ, ਤੇ ਉਹਦੀ ਸਾਡੇ ਧਿਆਨ 'ਚ ਲੈਂਦੀ ਜਾਵੇ ਗੱਲ, ਜਾਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਬੈਠਾ ਉਹਨੇ ਧਿਆਨ ਲੈ ਕੇ ਗੱਲ ਕੀਤੀ ਜਾਵੇ, ਇਸ ਤਰ੍ਹਾਂ ਨਾ ਕੀਤੀ ਜਾਵੇ। ਇਹ ਅਸੀਂ ਇਸ ਸੰਬੰਧ 'ਚ ਜ਼ਿਲ੍ਹਾ ਤਾਲਮੇਲ ਕਮੇਟੀ ਜੋ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਤੇ ਪਟਵਾਰ ਯੂਨੀਅਨ ਜਸਵੀਰ ਸਿੰਘ ਸੈਣੀ ਤੇ ਤਹਿਸੀਲ ਪ੍ਰਧਾਨ ਸ਼੍ਰੀ ਬਤਨ ਜੀ, ਸਾਰੇ ਪਟਵਾਰੀ ਸਾਹਿਬਾਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੋ ਕੱਲ੍ਹ ਦੀ ਘਟਨਾ ਸੀ ਉਸ ਬਾਰੇ ਜਾਣੂ ਕਰਾਵਾਂਗੇ ਤੇ ਅਸੀਂ ਉਹਨਾਂ ਤੋਂ ਇਨਸਾਫ ਦੀ ਮੰਗ ਕਰਾਂਗੇ। ਉਹ ਜੀ ਕੱਲ੍ਹ ਮੇਰਾ ਦਫ਼ਤਰ ਵੀ ਵੈਸੇ ਇਸ ਬਿਲਡਿੰਗ ਦੇ ਵਿੱਚ ਹੀ ਹੈ। ਕੱਲ੍ਹ ਕੁਦਰਤੀ ਮੈਂ ਤਹਿਸੀਲੇ ਗਿਆ ਹੋਇਆ ਸੀ ਜਦੋਂ ਇਹ ਵਾਕਿਆ ਹੋਇਆ। ਉਸ ਤੋਂ ਬਾਅਦ ਜਦੋਂ ਮੈਂ ਆਇਆ ਤੇ ਮੈਂ ਉਦੋਂ ਕਿਸਾਨ ਜਥੇਬੰਦੀ ਦੇ ਆਗੂ ਜਿਹੜੇ ਉਹ ਜਾ ਚੁੱਕੇ ਸੀਗੇ ਤੇ ਫਿਰ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਕਿ ਅੱਜ ਕੀ, ਮੈਨੂੰ ਜਦੋਂ ਗੱਲ ਧਿਆਨ 'ਚ ਆਈ ਤੇ ਮੈਂ ਪੁੱਛਿਆ ਇਹਨਾਂ ਨੂੰ। ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਵਾਕਿਆ ਹੋਇਆ ਔਰ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਆ ਕੇ ਇੱਕ ਮੁਲਾਜ਼ਮ ਨੂੰ ਜਿਹੜਾ ਇਕੱਠੇ ਹੋ ਕੇ ਘੇਰਾ ਪਾ ਕੇ ਤੇ ਉਹਦੇ 'ਤੇ ਪ੍ਰੈਸ਼ਰ ਬਣਾਉਣਾ, ਮੈਂ ਇਸ ਗੱਲ ਦੀ ਬਿਲਕੁਲ ਨਿਖੇਧੀ ਕਰਦਾ। ਔਰ ਮੈਂ ਇਹ ਵੀ ਕਹਿੰਦਾ ਕਿ ਕਿਸਾਨ ਸਾਡੇ ਭਰਾ ਨੇ, ਲੇਕਿਨ ਅਗਰ ਕੋਈ ਕਿਸੇ ਨੂੰ ਕੋਈ ਮੁਸ਼ਕਲ ਹੈ ਜਾਂ ਕੋਈ ਦਿੱਕਤ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੈ ਤੇ ਉਹ ਆ ਕੇ ਪਟਵਾਰੀ ਨੂੰ ਆਰਾਮ ਨਾਲ ਬਹਿ ਕੇ ਉਹਨੂੰ ਕੋ ਪੁੱਛ ਸਕਦੇ ਨੇ। ਅਗਰ ਫਿਰ ਵੀ ਕਿਸੇ ਨਾਲ ਸ਼ਿਕਾਇਤ ਹੈ ਕਿ ਉਹ ਸਾਡੇ ਕੋਲ ਆ ਸਕਦੇ ਨੇ, ਸਾਡੇ ਜਥੇਬੰਦੀ ਨਾਲ ਵੀ ਗੱਲ ਕਰ ਸਕਦੇ ਨੇ। ਬੜੇ ਵਧੀਆ ਮਾਹੌਲ 'ਚ ਗੱਲ ਹੋ ਸਕਦੀ ਹੈ। ਜੇ ਅਗਰ ਕਿਸੇ ਨੂੰ ਕੋਈ ਮਸਲਾ ਹੈ ਤਾਂ ਉਹ ਵੀ ਸੁਲਝਾਇਆ ਜਾ ਸਕਦਾ। ਲੇਕਿਨ ਇਸ ਤਰ੍ਹਾਂ ਆ ਕੇ ਮੁਲਾਜ਼ਮ ਨੂੰ ਕੰਮ ਕਰਨ ਤੋਂ ਰੋਕਣਾ, ਉਹਨੂੰ ਘੇਰਾ ਪਾ ਕੇ ਉਹਨੂੰ ਆਪਣੇ ਬੰਦੀ ਬਣਾਉਣਾ, ਮੈਂ ਇਸ ਗੱਲ ਦੀ ਬਿਲਕੁਲ ਜਥੇਬੰਦੀ ਵੀ ਨਿਖੇਧੀ ਕਰਦੀ ਹੈ ਔਰ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ, ਰੰਗਲਾ ਟੀਵੀ।